ਅੱਜ ਸੰਗਰੂਰ ਦੀ ਐਮਐਲਏ ਬੀਬਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਪੱਤਰਕਾਰ ਤੇ ਮੌਜੂਦਾ ਮੀਡੀਆ ਸਲਾਹਕਾਰ ਆਮ ਆਦਮੀ ਪਾਰਟੀ ਬਲਤੇਜ ਪੰਨੂ ਹੁਣੀ ਇਕੱਠਿਆਂ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦਾ ਮਜ਼ਮੂਨ ਇਹ ਸੀ ਕਿ ਇੱਕ ਵਾਰ ਮੁੜ ਤੋਂ ਭਾਜਪਾ ਵਾਲੇ ਸੱਦੇ ਭੇਜ ਰਹੇ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਭਾਈ ਆ ਜਾਓ, ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ। ਇਹ ਗੱਲ ਦਾ ਇਲਜ਼ਾਮ ਬੀਬਾ ਨਰਿੰਦਰ ਕੌਰ ਭਰਾਜ ਹੋਣੀ ਲਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਰਿਆਣੇ ਦੇ ਸੀਐਮ ਸੈਣੀ ਹੋਣੀ ਸੁਨੇਹੇ ਘੱਲ ਰਹੇ ਨੇ ਕਿ 27 ਚ ਤੁਹਾਡੀ ਟਿਕਟ ਪੱਕੀ ਹੈ, ਤੁਸੀਂ ਸਾਡੀ ਪਾਰਟੀ ਦੇ ਵਿੱਚ ਆ ਜਾਓ। ਪਰ ਇਸ ਤੋਂ ਪਹਿਲਾਂ ਵੀ ਇਹ ਸੇਮ ਚੀਜ਼ ਹੋ ਚੁੱਕੀ ਹੈ। ਇਸ ਦੀਆਂ ਗੱਲਾਂ ਬਾਤਾਂ ਪਹਿਲਾਂ ਆਪਰੇਸ਼ਨ ਲੋਟਸ ਦੇ ਤਹਿਤ ਚਲਾਈਆਂ ਜਾ ਚੁੱਕੀਆਂ ਨੇ। ਇਸ ਤੋਂ ਪਹਿਲਾਂ ਕਈ ਸਾਰੇ ਐਮਐਲਏ ਇਕੱਠੇ ਕਰਕੇ ਡੀਜੀਪੀ ਦੇ ਕੋਲ ਸ਼ਿਕਾਇਤ ਤੱਕ ਕੀਤੀ ਗਈ ਸੀ, ਜਿਸ ਦੇ ਸਮੇਂ ਨਾਲ ਹਰਪਾਲ ਚੀਮਾ ਖਜ਼ਾਨਾ ਮੰਤਰੀ ਤੇ ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਰੋੜੀ ਹੋਣੀ ਵੀ ਨਾਲ ਸੀ ਤੇ ਉਸ ਸਮੇਂ ਜਾ ਕੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ। ਪਤਾ ਨਹੀਂ ਸ਼ਿਕਾਇਤ ਕਿੱਥੇ ਹੈ ਤੇ ਕਿੰਨੀ ਕੁ ਉਸ ਤੇ ਕਾਰਵਾਈ ਹੋਈ ਹੈ। ਇੱਥੋਂ ਤੱਕ ਕਿ ਉਸ ਸ਼ਿਕਾਇਤ ਦੇ ਵਿੱਚ ਜਿਸ ਵਿਅਕਤੀ ਨੂੰ ਸਭ ਤੋਂ ਅੱਗੇ ਲਾਇਆ ਸੀ, ਸ਼ੀਤਲ ਅੰਗਰਾਲ, ਜਿਹੜੇ ਜਲੰਧਰ ਵੈਸਟ ਤੋਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਬੈਠੇ ਸੀ, ਐਮਐਲਏ ਬਣੇ ਸੀ। ਹਾਲਾਂਕਿ ਹੁਣ ਉਹਨਾਂ ਨੇ ਵੀ ਪਾਰਟੀ ਛੱਡ ਦਿੱਤੀ ਹੈ, ਉਹ ਪੱਕੇ ਹੀ ਭਾਜਪਾ ਦੇ ਵਿੱਚ ਸੱਚੀਓ ਚਲੇ ਗਏ ਸੀ। ਉਸ ਸ਼ਿਕਾਇਤ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਤੱਕ ਇਸ ਗੱਲ ਤੇ ਸੱਦ ਲਿਆ ਗਿਆ ਸੀ ਕਿ ਸਾਡੇ ਉੱਪਰ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ, ਸਾਡੇ ਬੰਦੇ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅੱਜ ਜਦੋਂ ਨਰਿੰਦਰ ਕੌਰ ਭਰਾਜ ਇਹ ਇਲਜ਼ਾਮਾਂ ਦੇ ਨਾਲ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਹੀ ਜਲੰਧਰ ਵੈਸਟ ਦੇ ਐਮਐਲਏ ਰਹੇ ਸ਼ੀਤਲ ਅੰਗਰਾਲ ਹੋਣੀ ਮੁੜ ਤੋਂ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੇ ਉੱਪਰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸ਼ੀਤਲ ਅੰਗਰਾਲ ਕਹਿੰਦੇ ਨੇ ਵੀ ਭਾਈ ਇਹ 50 ਨੰਬਰ ਕੋਠੀ ਜਿਹੜੀ ਚੰਡੀਗੜ੍ਹ 'ਚ ਮੌਜੂਦ ਹੈ ਉੱਥੇ ਇਕੱਠੇ ਕਰਦੇ ਨੇ ਸਾਨੂੰ ਸਾਰਿਆਂ ਨੂੰ। ਕਹਿੰਦੇ ਵੀ ਕਾਲ ਤਾਂ ਸਿਰਫ 3 ਐਮਐਲਏਜ਼ ਨੂੰ ਆਈ ਸੀ ਵੀ ਆ ਜਾਓ ਸਾਡੀ ਪਾਰਟੀ ਦੇ ਵਿੱਚ ਸ਼ਾਮਲ, ਸਾਡੀ ਪਾਰਟੀ ਤੋਂ ਭਾਵ ਭਾਜਪਾ 'ਚ ਸ਼ਾਮਲ ਹੋ ਜਾਓ। ਪਰ ਕਹਿੰਦੇ ਇਹਨਾਂ ਨੇ ਸਾਨੂੰ ਆਖਿਆ ਕਿ ਤੁਸੀਂ ਸਾਰਿਆਂ ਨੇ ਜਾ ਕੇ ਇਹ ਕਹਿਣਾ ਹੈ ਕਿ ਸਾਨੂੰ ਫੋਨ ਆ ਰਹੇ ਨੇ ਅਲੱਗ-ਅਲੱਗ ਨੰਬਰਾਂ ਦੇ ਉੱਪਰੋਂ ਤੇ ਭਾਜਪਾ ਜੁਆਇਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਸਾਨੂੰ 25-25 ਕਰੋੜ ਦੀ ਆਫਰ ਦਿੱਤੀ ਜਾ ਰਹੀ ਹੈ। ਸ਼ੀਤਲ ਅੰਗਰਾਲ ਇਹ ਵੀ ਕਹਿੰਦੇ ਨੇ ਕਿ ਹਾਂ ਸਾਨੂੰ ਫੋਨ ਜ਼ਰੂਰ ਆਏ ਸੀ, ਅਮਿਤ ਸ਼ਾਹ ਦੀ ਗੱਲ ਉਸ ਦੇ ਵਿੱਚ ਆਖੀ ਜਾ ਰਹੀ ਸੀ ਕਿ ਅਮਿਤ ਸ਼ਾਹ ਹੋਣਾ ਦੇ ਵੱਲੋਂ ਤੁਹਾਨੂੰ ਆਫਰ ਹੈ। ਪਰ ਉਹਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਭਾਈ ਸਾਨੂੰ ਬਾਅਦ 'ਚ ਜਾਣਕਾਰੀ ਮਿਲੀ ਹੈ, ਇਲਮ ਹੋਇਆ ਹੈ ਕਿ ਇਹ ਸਾਰਾ ਕੁਝ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਖੁਦ ਹੀ ਕਰਾਇਆ ਜਾ ਰਿਹਾ ਸੀ, ਜਿਹੜੇ ਨੰਬਰਾਂ ਤੋਂ ਕਾਲ ਆ ਰਹੀ ਸੀ। ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਫੋਨ ਤੇ ਮੈਨੂੰ ਕਾਲਾਂ ਆ ਰਹੀਆਂ ਸੀ ਉਹ ਆਈਫੋਨ ਮੇਰਾ ਅੱਜ ਵੀ ਉੱਥੇ ਜਾਂਚ ਦੇ ਲਈ ਪਿਆ ਹੋਇਆ, ਮੈਨੂੰ ਉਹ ਵਾਪਸ ਹੀ ਨਹੀਂ ਮਿਲਿਆ। ਹਾਲਾਂਕਿ ਉਹ ਹੁਣ ਸੱਚੀਓ ਭਾਜਪਾ ਦਾ ਹਿੱਸਾ ਨੇ ਸ਼ੀਤਲ ਅੰਗਰਾਲ ਹੋਣੀ। ਤੇ ਹੁਣ ਗੱਲ ਨਰਿੰਦਰ ਕੌਰ ਭਰਾਜ ਹੋਣਾ ਦੀ ਕਰ ਲੈਂਦੇ ਆ। ਨਰਿੰਦਰ ਕੌਰ ਭਰਾਜ ਹੋਣੀ ਕਹਿੰਦੇ ਨੇ ਵੀ ਭਾਈ ਮੈਂ 2022 ਚ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਵਿਧਾਇਕਾ ਸੀ ਤੇ ਮੈਂ ਬੜਾ ਕੰਮ ਕੀਤਾ ਪਾਰਟੀ ਦੇ ਲਈ, ਐ ਆ ਉਵੇਂ ਆ। ਉੱਥੇ ਹੀ ਨਾਲ ਬੈਠੇ ਜਿਹੜੇ ਮੀਡੀਆ ਸਲਾਹਕਾਰ ਪੰਨੂ ਹੋਣੀ ਨੇ ਉਹ ਕਹਿੰਦੇ ਨੇ ਵੀ ਭਾਈ ਸਾਡਾ ਤਾਂ ਦਿੱਲੀ ਜਾਂ ਫਿਰ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਤੁਸੀਂ ਪੱਟ ਕੇ ਨਹੀਂ ਲਿਜਾ ਸਕੇ। ਹਾਲਾਂਕਿ ਉਹਨਾਂ ਦੀ ਇਹ ਗੱਲ ਮੁੱਢੋਂ ਖਾਰਜ ਕਰ ਦਿੰਦੇ ਆ ਕਿਉਂਕਿ ਜਲੰਧਰ ਦੇ ਵਿੱਚ ਇਹਨਾਂ ਨੇ ਜਿਸ ਵਿਅਕਤੀ ਨੂੰ ਐਮਪੀ ਦੀ ਟਿਕਟ ਦੇ ਦਿੱਤੀ ਸੀ ਉਹ ਵਿਅਕਤੀ ਸੁਸ਼ੀਲ ਰਿੰਕੂ ਇਹਨਾਂ ਦੀ ਟਿਕਟ ਨੂੰ ਠੁੱਡਾ ਮਾਰ ਕੇ ਜਾ ਕੇ ਭਾਜਪਾ ਦੀ ਗੱਡੀ 'ਚ ਸਵਾਰ ਹੋ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਚੋਣ ਲੜਦਾ ਹੈ ਐਮਪੀਸ਼ਿਪ ਦੀ। ਤੇ ਨਾਲ ਦੀ ਨਾਲ ਜਿਹੜੇ ਸ਼ੀਤਲ ਅੰਗਰਾਲ ਨੂੰ ਇਹਨਾਂ ਨੇ ਸਭ ਤੋਂ ਅੱਗੇ ਲਾ ਕੇ ਆਪਰੇਸ਼ਨ ਲੋਟਸ ਦਾ ਢੋਲ ਵਜਾਇਆ ਸੀ ਤੇ ਸਪੈਸ਼ਲ ਇਜਲਾਸ ਕੀਤਾ ਸੀ, ਉਹ ਵਿਅਕਤੀ ਵੀ ਤਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੀ ਭਾਜਪਾ ਦੇ ਵਿੱਚ ਗਿਆ ਹੈ ਜਾਂ ਫਿਰ ਉਹ ਕਦੀ ਆਮ ਆਦਮੀ ਪਾਰਟੀ ਦਾ ਹਿੱਸਾ ਹੀ ਨਹੀਂ ਸੀ। ਸੋ ਇਹ ਸਾਰੀ ਗੱਲਬਾਤ ਹੈ। ਖੈਰ 2027 ਲਾਗੇ ਆਉਂਦਿਆਂ ਬੜਾ ਕੁਝ ਬਦਲ ਰਿਹਾ ਹੈ, ਬੜੇ ਸਮੀਕਰਨ ਬਣ ਰਹੇ ਨੇ। ਇਸ ਦੇ ਪਿੱਛੇ ਸਿਆਸਤ ਹੈ ਜਾਂ ਫਿਰ ਸੱਚੀਓ ਭਾਜਪਾ ਵਾਲੇ ਫੋਨ ਕਰਕੇ ਅਪਰੋਚ ਕਰ ਰਹੇ ਨੇ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਪਰ ਫਿਰ ਵੀ ਸੋਚਣ ਵਾਲੀ ਗੱਲ ਹੈ ਕਿ ਖਾਸ ਤੌਰ ਤੇ ਬੀਬਾ ਨਰਿੰਦਰ ਕੌਰ ਭਰਾਜ ਹੋਣਾ ਨੂੰ ਹੀ ਟਾਰਗੇਟ ਕਰਕੇ ਕਾਲ ਕਿਉਂ ਆਊਗੀ, ਕਿਉਂ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਊਗਾ ਜਾਂ ਫਿਰ ਹੋਰ ਐਮਐਲਏਜ਼ ਨੂੰ ਵੀ ਕਾਲ ਆਈ ਹੋ ਕਿਉਂਕਿ ਵੱਡੀ ਗਿਣਤੀ ਹੈ 94 ਵਿਧਾਇਕ ਇਹਨਾਂ ਦੇ ਮੌਜੂਦਾ ਸਮੇਂ ਦੇ ਵਿੱਚ ਨੇ। ਹਾਲਾਂਕਿ ਉਹਨਾਂ ਦੀ ਗਿਣਤੀ ਤੇ ਹਮੇਸ਼ਾ ਹੀ ਸ਼ੰਕੇ ਬਣੇ ਰਹਿੰਦੇ ਨੇ ਕਿਉਂਕਿ ਕੁਝ ਨੂੰ ਸੰਵਿਧਾਨਕ ਤੌਰ ਤੇ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਆਉਂਦੀ ਹੈ
ਤੇ ਕੁਝ ਨੂੰ ਲੈ ਕੇ ਇਹ ਚੱਲਦਾ ਰਹਿੰਦਾ ਵੀ ਭਾਈ ਉਹ ਤਾਂ ਤੁਹਾਡੇ ਹਿੱਸੇ ਵੀ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਆਪਣੇ ਵੱਲ ਭੁਗਤਾਉਂਦੇ ਰਹਿੰਦੇ ਹੋ। ਸੋ ਖੈਰ ਇਹ ਗੱਲਬਾਤ ਹੈ ਨਰਿੰਦਰ ਕੌਰ ਭਰਾਜ ਦੇ ਇਲਜ਼ਾਮ ਤੇ ਸ਼ੀਤਲ ਅੰਗੁਰਾਲ ਦਾ ਖੰਡਨ ਬੜਾ ਕੁਝ ਸਵਾਲਾਂ ਦੇ ਘੇਰੇ 'ਚ ਲੈ ਆਉਂਦਾ ਹੈ, ਸਵਾਲ ਖੜੇ ਕਰਦਾ ਹੈ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।